ਪਾਠ ਨੰਬਰ 12 ਭਾਰਤ 600 ਈਸਵੀ ਪੂਰਵ ਤੋਂ 400 ਈਸਵੀ ਪੂਰਵ ਤੱਕ। ਇਸ ਤੋਂ ਪਹਿਲਾਂ ਅਸੀਂ ਮਹਾਤਮਾ ਬੁੱਧ ਬਾਰੇ ਪੜ੍ਹ ਰਹੇ ਸੀ। ਉਹਨਾਂ ਦਾ ਜਨਮ, ਉਹਨਾਂ ਦਾ ਨਾਂ ਸੀਗਾ ਬਚਪਨ ਦਾ ਸਿਧਾਰਥ, ਜੋ ਬਾਅਦ ਦੇ ਵਿੱਚ ਜਾ ਕੇ ਗੌਤਮ ਬੁੱਧ ਮਹਾਤਮਾ ਬੁੱਧ ਬਣ ਗਿਆ ਸੀ ਗਿਆਨ ਪ੍ਰਾਪਤੀ ਤੋਂ ਬਾਅਦ। ਅਤੇ ਉਹਨਾਂ ਨੇ 4 ਦ੍ਰਿਸ਼ ਦੇਖੇ ਸਨ, ਇੱਕ ਬਿਮਾਰ ਆਦਮੀ, ਇੱਕ ਬੁੱਢਾ ਆਦਮੀ, ਇੱਕ ਮੁਰਦਾ ਅਤੇ ਇੱਕ ਸਾਧੂ। 29 ਸਾਲ ਦੀ ਉਮਰ ਵਿੱਚ ਉਹਨਾਂ ਨੇ ਘਰ-ਬਾਰ ਛੱਡਤਾ ਸੀ ਅਤੇ ਕਠੋਰ ਤਪ ਅਤੇ ਤਪੱਸਿਆ ਕਰਨ ਤੋਂ ਬਾਅਦ ਉਹਨਾਂ ਨੂੰ ਬੋਧ ਗਿਆ ਵਿੱਚ, ਜੋ ਕਿ ਬਿਹਾਰ ਦੇ ਵਿੱਚ ਹੈ, ਇੱਕ ਪਿੱਪਲ ਦੇ ਦਰਖਤ ਹੇਠਾਂ ਗਿਆਨ ਦੀ ਪ੍ਰਾਪਤੀ ਹੋਈ ਸੀ। ਬੁੱਧ ਨੇ ਆਪਣਾ ਪਹਿਲਾ ਧਰਮ ਪ੍ਰਚਾਰ ਦਾ ਪਹਿਲਾ ਉਪਦੇਸ਼ ਦਿੱਤਾ ਸੀ, ਉਹ ਦਿੱਤਾ ਸੀ ਸਾਰਨਾਥ ਵਿੱਚ, ਵਾਰਾਣਸੀ ਦੇ ਨੇੜੇ ਸਾਰਨਾਥ ਵਿੱਚ 5 ਭਿਕਸ਼ੂਆਂ ਨੂੰ। ਫਿਰ ਬਾਕੀ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਲੋਕਾਂ ਨੂੰ ਧਰਮ ਦੇ ਪ੍ਰਚਾਰ ਦੇ ਵਿੱਚ ਹੀ ਲਗਾ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਇੱਛਾਵਾਂ ਹਨ, ਇੱਛਾਵਾਂ 'ਤੇ ਕਾਬੂ ਪਾ ਲੈਣ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇੱਛਾ ਦਾ ਦਮਨ, ਜਿਹੜੀ ਇੱਛਾ ਦਾ ਦਮਨ ਕਿਵੇਂ ਕਰਨਾ, ਉਹ ਅਸ਼ਟਮਾਰਗ ਦੁਆਰਾ, ਜੋ ਉਹਨਾਂ ਨੇ 8 ਗੱਲਾਂ ਕਹੀਆਂ ਸੀ ਕਿ ਸੱਚੀ ਦ੍ਰਿਸ਼ਟੀ, ਸੱਚਾ ਸੰਕਲਪ, ਸੱਚਾ ਵਚਨ, ਸੱਚਾ ਕਰਮ, ਸੱਚਾ ਰਹਿਣ ਸਹਿਣ, ਸੱਚਾ ਯਤਨ, ਸੱਚੀ ਸਮ੍ਰਿਤੀ, ਸੱਚਾ ਧਿਆਨ। ਇਸ ਸਦਾਚਾਰ ਦੇ ਮਾਰਗ 'ਤੇ ਚੱਲ ਕੇ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਤੇ ਨਿਰਵਾਣ, ਇਹ ਨਿਰਵਾਣ ਕਹਿੰਦੇ ਨੇ, ਨਿਰਵਾਣ ਪ੍ਰਾਪਤ ਕੀਤਾ ਜਾ ਸਕਦਾ ਹੈ, ਭਾਵ ਇਸ ਜੀਵਨ ਅਤੇ ਮੌਤ ਦੇ ਚੱਕਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬੁੱਧ ਨੇ ਮੱਧ ਮਾਰਗ ਅਪਣਾਉਣ ਦੀ ਸਿੱਖਿਆ ਦਿੱਤੀ ਸੀ। ਨਾ ਤਾਂ ਵਿਅਕਤੀ ਨੂੰ ਕਠੋਰ ਤਪੱਸਿਆ ਦੁਆਰਾ ਆਪਣੇ ਸਰੀਰ ਨੂੰ ਜ਼ਿਆਦਾ ਕਸ਼ਟ ਦੇਣਾ ਹੈ ਅਤੇ ਨਾ ਹੀ ਜੀਵਨ ਨੂੰ ਵਿਅਰਥ ਭੋਗ ਵਿਲਾਸਾਂ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ। ਹੁਣ ਤੱਕ ਅਸੀਂ ਇੰਨਾ ਪੜ੍ਹ ਚੁੱਕੇ ਹਾਂ। ਤਾਂ ਮਹਾਤਮਾ ਬੁੱਧ ਨੇ ਬੋਧੀ ਸੰਘ ਦੀ ਸਥਾਪਨਾ ਕੀਤੀ, ਜੋ ਕਿ ਬੋਧੀ ਭਿਕਸ਼ੂਆਂ ਦੀ ਸਰਬ ਉੱਚ ਸੰਸਥਾ ਸੀ। ਇੱਕ ਸੰਘ ਬਣਾਇਆ ਜੋ ਕਿ ਬੋਧੀ ਭਿਕਸ਼ੂਆਂ ਦੀ ਸਰਬ ਉੱਚ ਸੰਸਥਾ ਸੀ। ਸਾਰੇ ਭਿਕਸ਼ੂ ਅਤੇ ਭਿਕਸ਼ਨੀਆਂ ਬੋਧੀ ਸੰਘ ਦੇ ਮੈਂਬਰ ਹੁੰਦੇ ਸਨ, ਭਾਵ ਇਹਨਾਂ ਦਾ ਇੱਕ ਵੱਖਰਾ ਪਰਿਵਾਰ ਬਣ ਜਾਂਦਾ ਸੀ। ਸਾਰੇ ਹੀ ਜਿੰਨੇ ਭਿਕਸ਼ੂ, ਮੇਲ, ਭਿਕਸ਼ਨੀਆਂ ਫੀਮੇਲ, ਜਿੰਨੇ ਵੀ ਭਿਕਸ਼ੂ, ਕਿਉਂਕਿ ਜੋ ਬੁੱਧ ਧਰਮ ਨੂੰ ਅਪਣਾ ਲੈਂਦਾ, ਭਾਵ ਇੱਕ ਹੁੰਦਾ ਗਾ ਉਪਾਸਕ, ਸਿਰਫ ਮੰਨਣ ਵਾਲਾ, ਅਤੇ ਇੱਕ ਹੁੰਦਾ ਗਾ ਪੂਰਾ ਉਸ ਦੇ ਵਿੱਚ ਲੀਨ ਹੋ ਜਾਣਾ, ਭਾਵ ਜਿਸ ਨੂੰ ਅਸੀਂ ਕਹਿੰਦੇ ਸਾਧੂ ਬਣ ਜਾਣਾ। ਤਾਂ ਜੋ ਇਸ ਧਰਮ ਦੇ ਅਨੁਸਾਰ ਉਹਨਾਂ ਨੂੰ ਭਿਕਸ਼ੂ, ਜੋ ਮੇਲ ਸੀ ਉਹਨਾਂ ਨੂੰ ਭਿਕਸ਼ੂ, ਅਤੇ ਜੋ ਔਰਤਾਂ ਉਹਨਾਂ ਨੂੰ ਭਿਕਸ਼ਨੀਆਂ ਕਿਹਾ ਜਾਂਦਾ ਸੀ। ਸਾਰੇ ਭਿਕਸ਼ੂ ਅਤੇ ਭਿਕਸ਼ਨੀਆਂ ਬੋਧੀ ਸੰਘ ਦੇ ਮੈਂਬਰ ਹੁੰਦੇ ਸਨ। ਜੋ ਲੋਕ ਭਿਕਸ਼ੂ ਨਹੀਂ ਬਣਨਾ ਚਾਹੁੰਦੇ ਸਨ, ਉਹ ਵੀ ਉਪਾਸਕ ਦੇ ਰੂਪ ਵਿੱਚ ਧਰਮ ਦਾ ਪਾਲਣ ਕਰ ਸਕਦੇ, ਭਾਵ ਉਪਾਸਕ ਮੰਨਣ ਵਾਲੇ, ਸਿਰਫ ਇਕੱਲਾ ਮੰਨਣ ਵਾਲੇ। ਬੁੱਧ ਧਰਮ ਨੇ ਜੀਵਨ ਵਿੱਚ ਬਹੁਤ ਸਾਰੀਆਂ ਨੈਤਿਕ ਗੱਲਾਂ ਦੀ ਸਿੱਖਿਆ ਦਿੱਤੀ, ਜਿਵੇਂ ਕਿ ਕਿਸੇ ਨੂੰ ਨਾ ਮਾਰਨਾ, ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦੀ ਵਰਤੋਂ ਨਾ ਕਰਨਾ, ਧਨ ਨਾ ਲੈਣਾ ਅਤੇ ਨਾ ਰੱਖਣਾ, ਆਪਣੇ ਕੋਲ ਪੈਸਾ ਨਾ ਰੱਖਣਾ ਨਾ ਲੈਣਾ, ਸਮੇਂ ਸਿਰ ਭੋਜਨ ਕਰਨਾ, ਪਰਾਈ ਸੰਪਤੀ ਉੱਪਰ ਨਜ਼ਰ ਨਾ ਰੱਖਣਾ। ਇਹ ਸਾਰੇ ਹੀ ਬੁੱਧ ਧਰਮ ਦੀਆਂ ਸਿੱਖਿਆ ਸੀ। ਬੁੱਧ ਦੀਆਂ ਸਾਰੀਆਂ ਜੋ ਸਿੱਖਿਆ ਦਾ 3 ਮੁੱਖ ਗ੍ਰੰਥਾਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ। ਦੇਖੋ, ਤ੍ਰਿਰਤਨ 3 ਸਿਧਾਂਤ ਸੀਗੇ, ਰਾਈਟ ਫੇਥ, ਰਾਈਟ ਕੰਡਕਟ, ਰਾਈਟ ਨੌਲੇਜ। ਇਹ ਸੀ ਜੈਨ ਧਰਮ ਦੇ ਤ੍ਰਿਰਤਨ। ਇਹ 3 ਗੱਲਾਂ ਸਨ ਵੀ ਜੈਨ ਧਰਮ ਨੂੰ ਮੰਨਣ ਵਾਲੇ ਵਿਅਕਤੀ ਨੂੰ ਕੀ ਕੀ ਹੋਣਾ ਚਾਹੀਦਾ। ਰਾਈਟ, ਸੱਚੀ ਜਾਣਕਾਰੀ, ਸੱਚੀ ਸ਼ਰਧਾ, ਸੱਚਾ ਵਿਵਹਾਰ। ਅਤੇ ਇਸ ਤਰ੍ਹਾਂ ਜੋ ਬੁੱਧ ਧਰਮ ਦੀਆਂ ਜੋ ਵੀ ਸਿੱਖਿਆ ਨੇਗੀਆਂ, ਉਹਨਾਂ ਦੇ 3 ਗ੍ਰੰਥ ਨੇ, ਜਿਨ੍ਹਾਂ ਨੂੰ ਕਹਿੰਦਾ ਤ੍ਰਿਪਿਟਕ। ਤਾਂ ਤ੍ਰਿਪਿਟਕ ਗ੍ਰੰਥ ਨੇ ਬੁੱਧ ਧਰਮ ਦੇ, ਅਤੇ ਤ੍ਰਿਰਤਨ ਉਹ 3 ਗੱਲਾਂ ਕਹੀਆਂ ਸੀਗੀਆਂ ਮਹਾਵੀਰ ਨੇ। ਤਿੰਨਾਂ 'ਚ ਫਰਕ ਆ। ਤ੍ਰਿਰਤਨ ਉਹ ਜੈਨ ਧਰਮ ਨਾਲ ਸੰਬੰਧਿਤ ਹੈ, ਅਤੇ ਤ੍ਰਿਪਿਟਕ ਇਹ 3 ਗ੍ਰੰਥ ਨੇ ਬੁੱਧ ਧਰਮ ਨਾਲ ਸੰਬੰਧਿਤ। ਮਹਾਤਮਾ ਬੁੱਧ ਦੀ ਮੌਤ ਤੋਂ ਬਾਅਦ ਛੇਤੀ ਹੀ ਉਹਨਾਂ ਦਾ ਧਰਮ ਦੂਰ ਦੂਰ ਤੱਕ ਫੈਲ ਗਿਆ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਧਰਮ ਦੂਰ ਦੂਰ ਤੱਕ ਫੈਲ ਗਿਆ। ਕਈ ਮਹਾਨ ਰਾਜਿਆਂ ਨੇ ਇਸ ਧਰਮ ਨੂੰ ਅਪਣਾ ਲਿਆ। ਇਹਨਾਂ ਵਿੱਚੋਂ ਰਾਜਾ ਅਸ਼ੋਕ, ਕਨਿਸ਼ਕ, ਹਰਸ਼ਵਰਧਨ, ਜੋ ਚੰਦਰਗੁਪਤ ਮੌਰਿਆ ਸੀ, ਅਸ਼ੋਕ ਦਾ ਦਾਦਾ। ਚੰਦਰਗੁਪਤ ਮੌਰਿਆ ਨੇ ਅਪਣਾਇਆ ਸੀ ਜੈਨ ਧਰਮ,
ਤੇ ਅਸ਼ੋਕ ਕਨਿਸ਼ਕ ਅੱਗੇ ਆਵੇਗਾ ਤੇ ਹਰਸ਼ਵਰਧਨ, ਇਹਨਾਂ ਸਾਰੇ ਰਾਜਿਆਂ ਨੇ ਬੁੱਧ ਧਰਮ ਨੂੰ ਅਪਣਾ ਲਿਆ ਸੀ। ਪਹਿਲਾ ਕੁਐਸਚਨ, ਬੋਧੀ ਭਿਕਸ਼ੂਆਂ ਦੀ ਸਰਵਉੱਚ ਸੰਸਥਾ ਕਿਹੜੀ ਆ? ਕਿਹੜੀ ਆ ਜੀ? ਬੋਧੀ ਸੰਘ। ਤਾਂ ਜੋ ਬੋਧੀ ਸੰਘ ਹੈ, ਬੋਧੀ ਸੰਘ, ਪਹਿਲੇ ਕੁਐਸਚਨ ਦਾ ਆਨਸਰ ਬੋਧੀ ਸੰਘ। ਇਹ ਸਰਵਉੱਚ ਸੰਸਥਾ ਗਈ ਬੋਧੀ ਸੰਘ। ਬੋਧੀ ਸੰਘ ਪਹਿਲੇ ਕੁਐਸਚਨ ਦਾ ਆਨਸਰ। ਉਸ ਤੋਂ ਅਗਲਾ, ਬੁੱਧ ਨੇ ਕਿਹੜੀਆਂ ਨੈਤਿਕ ਗੱਲਾਂ ਦੀ ਸਿੱਖਿਆ ਦਿੱਤੀ? ਕਿਸੇ ਨੂੰ ਨਾ ਮਾਰਨਾ, ਇੱਥੇ ਨਾ ਕਰ ਲਿਓ, ਜਾ ਕੱਟ ਕੇ ਨਾ, ਕਿਸੇ ਨੂੰ ਨਾ ਮਾਰਨਾ, ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦੀ ਵਰਤੋਂ ਨਾ ਕਰਨਾ, ਧਨ ਨਾ ਲੈਣਾ ਨਾ ਹੀ ਰੱਖਣਾ, ਸਮੇਂ ਸਿਰ ਭੋਜਨ ਕਰਨਾ, ਪਰਾਈ ਸੰਪਤੀ ਉੱਤੇ ਨਜ਼ਰ ਨਾ ਰੱਖਣਾ। ਇਹ ਸਾਰੇ ਨੈਤਿਕ ਗੱਲਾਂ ਦੱਸੀ ਬੁੱਧ ਨੇ। ਕੁਐਸਚਨ ਸੈਕਿੰਡ ਦਾ ਆਨਸਰ ਹੈ, ਤੁਸੀਂ 2-3 ਲਿਖ ਦਿਓ ਮੇਨ ਜੇ। ਕਿਸੇ ਨੂੰ ਨਾ ਮਾਰਨਾ, ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦੀ ਵਰਤੋਂ ਨਾ ਕਰਨਾ, ਤੁਸੀਂ 3 ਲਿਖ ਦਿਓ। ਬਾਕੀ ਸਾਰੀਆਂ ਨੈਤਿਕ ਗੱਲਾਂ ਨੇ ਕੀਆਂ, ਕਿਸੇ ਨੂੰ ਨਾ ਮਾਰਨਾ ਭਾਵ ਜੀਵ ਹੱਤਿਆ ਨਹੀਂ ਕਰਨੀ, ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦੀ ਵਰਤੋਂ ਨਹੀਂ ਕਰਨੀ, ਧਨ ਨਾ ਲੈਣਾ ਤੇ ਨਾ ਹੀ ਰੱਖਣਾ, ਤੇ ਜੋ ਭੋਜਨ ਹੈ ਉਹ ਸਮੇਂ ਸਿਰ ਕਰਨਾ, ਤੇ ਪਰਾਈ ਕਿਸੇ ਦੀ ਹੋਰ ਸੰਪत्ति ਉੱਤੇ ਨਜ਼ਰ ਨਾ ਰੱਖਣਾ। ਅਗਲਾ, ਕਿਹੜੇ ਰਾਜਿਆਂ ਨੇ ਬੁੱਧ ਧਰਮ ਨੂੰ ਅਪਣਾਇਆ? ਤਾਂ ਅਸ਼ੋਕ, ਕਨਿਸ਼ਕ, ਹਰਸ਼ਵਰਧਨ, ਇਹ ਸਾਰੇ ਰਾਜਿਆਂ ਨੇ ਬੁੱਧ ਧਰਮ ਨੂੰ ਅਪਣਾਇਆ ਸੀ। ਅਸ਼ੋਕ, ਕਨਿਸ਼ਕ, ਹਰਸ਼ਵਰਧਨ। ਤਾਂ ਪਹਿਲੇ ਕੁਐਸਚਨ ਦਾ ਆਨਸਰ ਬੋਧੀ ਸੰਘ, ਦੂਜੇ ਦਾ ਕਿਸੇ ਨੂੰ ਨਾ ਮਾਰਨਾ, ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦੀ ਵਰਤੋਂ ਨਾ ਕਰਨਾ, ਤੁਸੀਂ ਇਹ ਲਿਖ ਦਿਓ ਦੂਜੇ ਦਾ ਆਨਸਰ। ਤਾਂ ਪਹਿਲੇ ਕੁਐਸਚਨ ਦਾ ਆਨਸਰ ਦੁਬਾਰਾ ਦੇਖ ਲਓ, ਬੋਧੀ ਸੰਘ, ਦੂਜੇ ਦਾ ਕਿਸੇ ਨੂੰ ਨਾ ਮਾਰਨਾ, ਜਾ ਕੱਟ ਕੇ ਨਾ ਕਰ ਲਿਓ, ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦੀ ਵਰਤੋਂ ਨਾ ਕਰਨਾ, ਇਹ ਸਾਰੇ ਨੈਤਿਕ ਗੱਲਾਂ ਨੇ, ਦੂਜੇ ਕੁਐਸਚਨ ਦਾ ਆਨਸਰ। ਤੀਜਾ, ਅਸ਼ੋਕ, ਕਨਿਸ਼ਕ, ਹਰਸ਼ਵਰਧਨ, ਇਹ ਤੀਜੇ ਕੁਐਸਚਨ ਦਾ ਆਨਸਰ ਹੈ। ਇਸ ਤੋਂ ਅੱਗੇ ਖਾਲਿਸਤਾਨ, ਬੁੱਧ ਦੀ ਮੌਤ ਤੋਂ ਬਾਅਦ ਉਹਨਾਂ ਦਾ ਧਰਮ ਦੂਰ ਦੂਰ ਤੱਕ ਫੈਲ ਗਿਆ। ਪਹਿਲੀ ਖਾਲੀ ਥਾਂ, ਉਹਨਾਂ ਦਾ ਧਰਮ, ਸਾਰੇ ਭਿਕਸ਼ੂ ਅਤੇ ਭਿਕਸ਼ਣੀਆਂ, ਬੋਧੀ ਸੰਘ, ਬੋਧੀ, ਇੱਥੋਂ ਦੇਖ ਕੇ ਪਾ ਲਿਓ ਬੋਧੀ। ਦੂਜਾ ਖਾਲਿਸਤਾਨ ਬੋਧੀ। ਤੀਜੀ, ਉਹਨਾਂ ਨੇ ਬੋਧੀ, ਇੱਥੇ ਆ ਜਾਊਗਾ ਦੇਖੋ ਸੰਘ। ਜੋ ਦੂਜੀ ਖਾਲੀ ਥਾਂ ਉੱਥੇ ਦਾ ਬੋਧੀ ਆ ਜਾਊਗਾ, ਇੱਥੋਂ ਦੇਖ ਕੇ ਬੋਧੀ ਪਾ ਲਿਓ। ਜੋ ਤੀਜੀ ਖਾਲੀ ਥਾਂ ਇੱਥੇ ਸੰਘ ਆ ਜਾਊਗਾ, ਇੱਥੋਂ ਦੇਖ ਕੇ ਸੰਘ ਪਾ ਲਿਓ। ਦੂਜੀ ਅਤੇ ਤੀਜੀ ਖਾਲੀ ਸਥਾਨ ਆਪਸ ਦੇ ਵਿੱਚ ਇੱਕ ਹੀ, ਇਹ ਜੋ ਪਹਿਲਾ ਨੰਬਰ ਹੈ, ਪਹਿਲਾ ਤੇ ਦੂਜਾ ਉਹਨਾਂ ਤੋਂ ਲਏ ਗਏ ਨੇ। ਤਾਂ ਸਾਰੇ ਭਿਕਸ਼ੂ ਅਤੇ ਭਿਕਸ਼ਣੀਆਂ ਇੱਥੇ ਦੇਖ ਕੇ ਬੋਧੀ ਪਾ ਲਿਓ, ਅਤੇ ਉਹਨਾਂ ਨੇ ਬੋਧੀ ਸੰਘ ਦੀ ਸਥਾਪਨਾ ਕੀਤੀ। ਤਾਂ ਪਹਿਲੇ ਕੋ ਕਿਆ ਜੂਗਾ ਉਹਨਾਂ ਦਾ ਧਰਮ, ਪਹਿਲੇ 'ਚ ਉਹਨਾਂ ਦਾ ਧਰਮ, ਦੂਜੇ 'ਚ ਬੋਧੀ, ਇੱਥੋਂ ਦੇਖ ਕੇ ਪਾ ਲਓ, ਅਤੇ ਤੀਜੇ 'ਚ ਸੰਘ, ਇੱਥੋਂ ਦੇਖ ਕੇ ਪਾ ਲਓ। ਬੋਧੀ ਸੰਘ, ਸੱਸੇ ਦੇ ਟਿੱਪੀ ਘੱਗਾ ਸੰਘ,
ਇਸ ਤੋਂ ਅੱਗੇ ਅਸੀਂ ਇਹੀ ਸਲਾਈਡ ਕਰਾਂਗੇ ਸਾਡੀ ਇੰਗਲਿਸ਼ ਮੀਡੀਅਮ ਵਿੱਚ। ਪਹਿਲਾਂ ਅਸੀਂ ਸਹੀ ਗਲਤ ਦੇਖ ਲਈਏ। ਬੁੱਧ ਧਰਮ ਨੇ ਜੀਵਨ ਵਿੱਚ ਬਹੁਤ ਸਾਰੀ ਨੈਤਿਕ ਗੱਲਾਂ ਦੀ ਸਿੱਖਿਆ ਦਿੱਤੀ, ਬਿਲਕੁਲ ਠੀਕ ਹੈ। ਉਹਨਾਂ ਨੇ ਸਿਖਾਇਆ ਕਿ ਪਰਾਈ ਸੰਪਤੀ ਉੱਪਰ ਨਜ਼ਰ ਨਾ ਰੱਖਣਾ, ਇਹ ਵੀ ਠੀਕ ਹੈ। ਅਸ਼ੋਕ ਅਤੇ ਕਨਿਸ਼ਕ ਨੇ ਬੁੱਧ ਧਰਮ ਨੂੰ ਅਪਣਾ ਲਿਆ, ਇਹ ਵੀ ਠੀਕ ਹੈ। ਅੱਗੇ ਅਸੀਂ ਕਰਦੇ ਹਾਂ ਸਾਡੀ ਇਹੀ ਸਲਾਈਡ ਅੰਗਰੇਜ਼ੀ ਮਾਧਿਅਮ 'ਚ। ਆਹ ਅਸ਼ੋਕ ਹੈ, ਆਹ ਹਰਸ਼ਵਰਧਨ ਦਾ ਚਿੱਤਰ ਹੈ। ਇਸ ਤੋਂ ਅੱਗੇ ਅਸੀਂ ਇਹੀ ਸਲਾਈਡ ਕਰਾਂਗੇ ਸਾਡੀ ਇੰਗਲਿਸ਼ ਮੀਡੀਅਮ 'ਚ। ਤਾਂ ਪਹਿਲਾ ਕੁਐਸਚਨ ਹੈ, ਵਟ ਇਜ਼ ਦਾ ਸੁਪਰੀਮ ਬੋਡੀ ਆਫ ਦਾ ਮੌਂਕਸ। ਵਟ ਇਜ਼ ਦਾ ਸੁਪਰੀਮ ਬੋਡੀ ਆਫ ਦਾ ਮੌਂਕਸ। ਸਭ ਤੋਂ ਸਰਵਉੱਚ ਸੰਸਥਾ ਕਿਹੜੀ ਸੀ? ਬੁੱਧਿਸਟ ਸੰਘ। ਐਮ ਕੱਟ ਕੇ ਐਨ ਕਰ ਲਿਓ, ਸੰਘ। ਇੱਥੇ ਐਮ ਪਾਈ ਆ ਗਈ, SAM। ਐਮ ਨਹੀਂ ਆਉਂਦਾ, ਦਾ ਤੋਂ ਲੈ ਕੇ ਸੰਘ ਤੱਕ। ਤਾਂ ਇੱਥੋਂ ਐਮ ਕੱਟ ਕੇ ਐਨ ਪਾ ਲਿਓ, SANGHA। ਐਮ ਕੱਟ ਕੇ ਐਨ ਕਰ ਲਿਓ। ਇਹ ਪਹਿਲੇ ਕੁਐਸਚਨ ਦਾ ਆਨਸਰ ਆ ਗਿਆ। ਸੈਕਿੰਡ ਕੁਐਸਚਨ ਦਾ, ਵਟ ਨੋਬਲ ਥਿੰਗਸ ਵਰ ਟੌਟ ਬਾਈ ਬੁੱਧਾ। ਨੋਟ ਟੂ ਕਿਲ ਐਨੀਬੋਡੀ, ਜੀਵ ਹੱਤਿਆ ਨਹੀਂ ਕਰਨੀ, ਕਿਸੇ ਨੂੰ ਨਹੀਂ ਮਾਰਨਾ। ਨੋਟ ਟੂ ਟੈਲ ਲਾਈ, ਝੂਠ ਨਹੀਂ ਬੋਲਣੇ। ਨੋਟ ਟੂ ਯੂਜ਼ ਇੰਟੌਕਸ ਹੁੰਦਾ ਨਸ਼ੀਲੇ ਪਦਾਰਥ, ਨਸ਼ੀਲੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ। ਨੋਟ ਟੂ ਅਸੈਪਟ ਔਰ ਕੀਪ ਮਨੀ, ਧਨ ਨਹੀਂ ਰੱਖਣਾ। ਨੋਟ ਟੂ ਈਟ ਐਟ ਔਡ ਆਵਰਸ, ਭਾਵ ਸਮੇਂ ਸਿਰ ਖਾਣਾ। ਬੇਵਕਤਾ, ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਜਦੋਂ ਸਮਾਂ ਨਾ ਹੋਵੇ ਉਦੋਂ ਨਹੀਂ ਖਾਣਾ। ਨੋਟ ਟੂ ਕੋਵਿਟ ਅਦਰਸ ਪ੍ਰੋਪਰਟੀ, ਤੁਸੀਂ ਇਹਨਾਂ ਵਿੱਚੋਂ ਜਿਹੜੇ ਮਰਜ਼ੀ 3 ਜੋ ਤੁਹਾਨੂੰ ਸੌਖੇ ਲੱਗਦੇ ਨੇ ਤੁਸੀਂ ਇੱਥੋਂ ਦੇਖ ਕੇ ਲਿਖ ਦੇਣਾ। ਤੀਜਾ ਕੁਐਸਚਨ, ਵਿਚ ਕਿੰਗਸ ਬਿਕੇਮ ਦਾ ਫੋਲੋਅਰਸ ਆਫ ਬੁੱਧਾ। ਅਸ਼ੋਕ, ਕਨਿਸ਼ਕ, ਹਰਸ਼ਵਰਧਨ। ਤਾਂ ਸੈਕਿੰਡ ਕੁਐਸਚਨ ਦਾ ਆਨਸਰ, ਥਰਡ ਕੁਐਸਚਨ ਦਾ ਅਸ਼ੋਕ, ਕਨਿਸ਼ਕ ਐਂਡ ਹਰਸ਼ਵਰਧਨ, ਥਰਡ ਕੁਐਸਚਨ ਦਾ ਆਨਸਰ। ਇਸ ਤੋਂ ਅੱਗੇ ਫਿਲ ਇਨ ਦੀ ਬਲੈਂਕ। ਆਫਟਰ ਦਾ ਡੈਥ ਆਫ ਬੁੱਧਾ, ਹਿਜ਼। ਆਫਟਰ ਦਾ ਡੈਥ ਆਫ ਬੁੱਧਾ, ਹਿਜ਼ ਰਿਲੀਜਨ। ਇਹ ਹੈ ਸਾਡੀ ਪਹਿਲੀ ਖਾਲਿਸਤਾਨ ਦਾ ਆਨਸਰ। ਇੱਥੇ ਆ ਜਾਏਗਾ RELIGION, ਰਿਲੀਜਨ। ਇੱਥੋਂ ਦੇਖ ਕੇ ਤੁਸੀਂ ਪਾ ਸਕਦੇ ਹੋ। All monks and nuns were its। Second fill up, all monks or nuns were its ordained members। Second question the second fill up the answer। Third, he founded the Buddhist संघ। थर्ड फिलअप, SANGHA, संघ। जो साडा फस्ट क्वेश्चन का आंसर है, जो साडा फस्ट क्वेश्चन का आंसर है वो साडी तीजी फिल इन द ब्लैंक है। जो साडे पहले क्वेश्चन का आंसर है वो साडे तीजे खालिस्तान का आंसर है, संघ। इस तरह असीं ने पहला, दूजा, तीजा फिल इन द ब्लैंक किते। अगे असीं देखते हैं ट्रू फॉल्स। Buddhism taught noble things in life, true। He taught not to covet others' property, true। Ashoka and Kanishka became founders of Buddhism, true। ਤਿੰਨੋਂ ਹੀ ਠੀਕ ਹਨ, ਤਿੰਨੋਂ ਹੀ ਠੀਕ ਹਨ।
ਇਸ ਤਰ੍ਹਾਂ ਅਸੀਂ ਅੱਜ ਵਾਲੀ ਸਲਾਈਡ ਦਾ ਕੰਮ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ 'ਚ ਕੀਤਾ। ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਧੰਨਵਾਦ।